हाँ जी, सत श्री अकाल प्यारे विद्यार्थियों। प्यारे बच्चों, अज असी लिंग बारे यानी कि जेंडर बारे पढ़ांगे। सो जिमें अक्सर साडे दिमाग दे विच एक ही शब्द आउंदा कि जदों असी लिंग बदलो की गल करते हाँ तो असी सोचते हैं सिर्फ आदमी अते औरत, मुंडा अते कुड़ी, बलद अते गां, भी सिर्फ इन्हां दे विच यही डिफरेंस हुंदा। सो बेटे असी अज गल करांगे कि जो इस्त्री लिंग दीयां किस्मां हन, जिवें पुलिंग ਅਤੇ ਇਸਤਰੀ ਲਿੰਗ ਜਿਹੜੇ ਇਹ ਦੋ ਨੇ, ਇਹਨਾਂ ਦੇ ਵਿੱਚ ਬੇਟਾ ਕੁਛ ਜੀਵਤ ਅਤੇ ਕੁਝ ਨਿਰਜੀਵਤ ਚੀਜ਼ਾਂ ਨੇ, ਉਹਨਾਂ ਦੇ ਵੀ ਅਸੀਂ ਲਿੰਗ ਕਿਵੇਂ ਬਦਲਦੇ ਹਾਂ ਇਹਦੇ ਬਾਰੇ ਵੀ ਜਾਣਕਾਰੀ ਲਵਾਂਗੇ। ਜੀਵਤ ਅਸੀਂ ਹੋ ਗਏ, ਨਿਰਜੀਵਤ ਚੀਜ਼ਾਂ ਉਹ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਵਿੱਚ, ਅਤੇ ਦੱਸਾਂਗੇ ਬੇਟਾ ਪੁਲਿੰਗ ਰੂਪ ਦੇ ਵਿੱਚ ਕਿਹੜੇ ਐਸੇ ਸ਼ਬਦ ਨੇ, ਕਿਹੜੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਲਿੰਗ ਨਹੀਂ ਤਬਦੀਲ ਹੁੰਦਾ, ਤੇ ਨਾਲ ਹੀ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ ਕਿ ਇਸਤਰੀ ਲਿੰਗ ਦੇ ਵਿੱਚ ਕਿਹੜੇ ਐਸੇ ਨਾਮ ਨੇ, ਕਿਹੜੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਜਿਹੜਾ ਅਸੀਂ ਲਿੰਗ ਨਹੀਂ ਬਦਲ ਸਕਦੇ। ਸੋ ਆਓ ਬੇਟਾ ਆਪਾਂ ਸ਼ੁਰੂ ਕਰਦੇ ਹਾਂ ਲਿੰਗ ਬਦਲੋ। ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਕਿ ਹੇਠ ਦਿੱਤੇ ਚਿੱਤਰਾਂ ਨੂੰ ਧਿਆਨ ਨਾਲ ਦੇਖੋ। ਇਹ ਤੁਸੀਂ ਵੇਖ ਰਹੇ ਹੋ, ਇੱਕ ਆਦਮੀ ਦਾ ਚਿੱਤਰ ਹੈ, ਇੱਕ ਔਰਤ ਦਾ, ਤੇ ਨਾਲ ਹੀ ਬਲਦ ਹੈ ਤੇ ਉਹਦੇ ਨਾਲ ਹੀ ਗਾਂ ਹੈ। ਇੱਕ ਫੋਟੋ ਵਿੱਚ ਤੁਸੀਂ ਦੇਖ ਰਹੇ ਹੋ ਮੋਰ ਹੈ ਤੇ ਦੂਸਰੀ ਵਿੱਚ ਮੋਰਨੀ, ਇੱਕ ਵਿੱਚ ਗੁੱਡਾ ਹੈ ਤੇ ਦੂਸਰੇ ਵਿੱਚ ਗੁੱਡੀ। ਹੁਣ ਅਸੀਂ ਉੱਪਰ ਜੇ ਕੈਟਾਗਰੀ ਦੀ ਗੱਲ ਕਰੀਏ, ਪਹਿਲੇ ਵਿੱਚ ਮਨੁੱਖ ਹੈ, ਦੂਸਰੇ ਵਿੱਚ ਪਸ਼ੂ ਹਨ, ਤੀਸਰੇ ਵਿੱਚ ਜਾਨਵਰ ਪੰਛੀ ਹਨ, 3 ਨੰਬਰ 'ਤੇ ਪੰਛੀ ਹੈ ਮੋਰ, ਤੇ ਗੁੱਡਾ ਗੁੱਡੀ ਇਹ ਨਿਰਜੀਵਤ ਹਨ। ਸੋ ਜਿਹੜੇ ਨਾਮ ਸ਼ਬਦ ਰੂਪ ਤੋਂ ਨਰ ਅਤੇ ਮਾਦਾ ਦੇ ਅੰਤਰ ਦਾ ਪਤਾ ਲੱਗੇ ਉਸ ਨੂੰ ਲਿੰਗ ਕਿਹਾ ਜਾਂਦਾ ਹੈ। ਵੀ ਜਿਹੜੇ ਨਾਵਾਂ ਤੋਂ ਜਾਂ ਸ਼ਬਦਾਂ ਤੋਂ ਕਿਸੇ ਦੇ ਨਰ ਅਤੇ ਮਾਦਾ ਹੋਣ ਦਾ ਅੰਤਰ ਪਤਾ ਲੱਗੇ ਉਸ ਨੂੰ ਲਿੰਗ ਕਿਹਾ ਜਾਂਦਾ ਹੈ। ਸੋ ਜਿਹੜਾ ਬੇਟਾ ਇਹ ਤੁਹਾਨੂੰ ਚੈਪਟਰ ਕਰਵਾਇਆ ਜਾ ਰਿਹਾ ਹੈ, ਇਹ ਕਿਸੇ ਵੀ ਬੁੱਕ ਦੇ ਵਿੱਚ ਤੁਹਾਨੂੰ ਅਲੱਗ ਦੀ ਇਹਦੀਆਂ ਪਰਿਭਾਸ਼ਾਵਾਂ ਮਿਲ ਸਕਦੀਆਂ ਨੇ, ਕਿਤੇ ਵੀ ਤੁਹਾਨੂੰ ਇਹਦੀਆਂ ਫੋਟੋਆਂ ਅਲੱਗ ਮਿਲ ਸਕਦੀਆਂ ਨੇ। ਸੋ ਜਿਹੜੀ ਇਸ ਚੀਜ਼ ਦਾ ਬੇਸ ਹੈ ਉਹ ਬਿਲਕੁਲ ਇਕੁਅਲ ਹੈ, ਸਮਾਨ ਹੈ। ਤੁਸੀਂ ਫੋਟੋਆਂ 'ਤੇ ਨਹੀਂ ਜਾਣਾ, ਨਾ ਹੀ ਇਹ ਦੇਖਣਾ ਕਿ ਅਸੀਂ ਕਿਸੇ ਗਾਈਡ ਤੋਂ ਪੜ੍ਹਾ ਰਹੇ ਹਾਂ। ਸਿਰਫ ਅਸੀਂ ਇਸ ਕੌਨਸੈਪਟ ਨੂੰ ਸਮਝਣਾ ਕਿ ਲਿੰਗ ਹੁੰਦਾ ਕੀ ਹੈ। ਅੱਗੇ ਬੇਟਾ ਅਸੀਂ ਪੜ੍ਹਦੇ ਹਾਂ ਕਿ ਲਿੰਗ ਦੀਆਂ ਕਿਸਮਾਂ। ਇਹਦੀਆਂ 2 ਕਿਸਮਾਂ ਹਨ। ਪੁਲਿੰਗ, ਪੁਲਿੰਗ ਮਤਲਬ ਜੋ ਮਰਦ ਦੇ ਰੂਪ ਵਿੱਚ ਹੈ। ਇਸਤਰੀ ਲਿੰਗ ਜੋ ਇਸਤਰੀ ਰੂਪ ਵਿੱਚ ਹੈ। ਪੁਲਿੰਗ ਜਿਹੜੇ ਸ਼ਬਦ ਨਰ, ਪੁਰਖ ਜਾਂ ਮਰਦਾਵੇ ਭੇਦ ਨੂੰ ਪ੍ਰਗਟ ਕਰਨ ਉਹਨਾਂ ਨੂੰ ਪੁਲਿੰਗ ਆਖਿਆ ਜਾਂਦਾ ਹੈ। ਜਿਵੇਂ ਲੜਕਾ, ਕਬੂਤਰ, ਕੁੱਤਾ ਆਦਿ। ਇਸ ਦੇ ਨਾਲ ਹੀ ਹੈ ਇਸਤਰੀ ਲਿੰਗ, ਜਿਹੜੇ ਸ਼ਬਦ ਜਨਾਨੇ ਭੇਦ ਨੂੰ ਪ੍ਰਗਟ ਕਰਨ ਉਹਨਾਂ ਨੂੰ ਇਸਤਰੀ ਲਿੰਗ ਕਿਹਾ ਜਾਂਦਾ ਹੈ। ਜਿਵੇਂ ਲੜਕੀ, ਕਬੂਤਰੀ, ਕੁੱਤੀ ਆਦਿ। ਹੁਣ ਬੇਟਾ ਜੋ ਪੁਲਿੰਗ ਹੈ ਉਹ ਤਾਂ ਮਰਦ ਭੇਦ ਨੂੰ ਪ੍ਰਗਟ ਕਰਦਾ ਹੈ, ਅਤੇ ਜੋ ਇਸਤਰੀ ਲਿੰਗ ਹੈ ਉਹ ਔਰਤ ਦੇ ਭੇਦ ਨੂੰ ਦਰਸਾਉਂਦਾ ਹੈ। ਸੋ ਆਓ ਅੱਗੇ ਪੜ੍ਹਦੇ ਹਾਂ ਪੁਲਿੰਗ ਦੇ ਬਾਰੇ। ਜਿਵੇਂ ਕਿ ਅਸੀਂ ਹੁਣੀ ਗੱਲ ਕਰੀ ਸੀ ਕਿ ਕੁਝ ਨਿਰਜੀਵਤ ਚੀਜ਼ਾਂ ਦੇ ਵੀ ਲਿੰਗ ਅਸੀਂ ਤਬਦੀਲ ਕਰਦੇ ਹਾਂ। ਪਿਆਰੇ ਵਿਦਿਆਰਥੀਓ, ਜਾਨਦਾਰ ਵਸਤੂਆਂ ਦੀ ਤਰ੍ਹਾਂ ਗੈਰ ਜਾਨਦਾਰ ਵਸਤੂਆਂ ਦੇ ਵੀ ਲਿੰਗ ਹੁੰਦੇ ਹਨ ਜੋ ਉਹਨਾਂ ਦੇ ਆਕਾਰ, ਉਹਨਾਂ ਦੇ ਰੂਪ ਨੂੰ ਦਰਸਾਉਂਦੇ ਹਨ। ਵਿਦਿਆਰਥੀ ਵਰਗ ਵਿੱਚ ਇਹ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਹੁੰਦਾ ਹੈ ਕਿ ਸਿਰਫ ਜਾਨਦਾਰ ਵਸਤੂਆਂ ਦੇ ਹੀ ਲਿੰਗ ਹੁੰਦੇ ਹਨ, ਪਰ ਨਹੀਂ। ਇੱਥੋਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਗੈਰ ਜਾਨਦਾਰ ਵਸਤੂਆਂ ਦੇ ਵੀ ਪੁਲਿੰਗ ਅਤੇ ਇਸਤਰੀ ਲਿੰਗ ਹੁੰਦੇ ਹਨ, ਉਹਨਾਂ ਦੇ ਆਕਾਰ ਨੂੰ ਦਰਸਾਉਂਦੇ ਹਨ। ਆਓ ਅੱਗੇ ਕੁਝ ਉਦਾਹਰਨਾਂ ਤੋਂ ਜਾਣਦੇ ਹਾਂ। ਹੁਣ ਬੇਟਾ ਜਿਹੜੀਆਂ ਉਦਾਹਰਨਾਂ ਤੁਹਾਡੇ ਨਾਲ ਸਾਂਝੀਆਂ ਹੋ ਰਹੀਆਂ ਹਨ, ਇਹਦੇ ਵਿੱਚ ਪੁਲਿੰਗ ਅਤੇ ਫਿਰ ਇਸਤਰੀ ਲਿੰਗ ਵਾਲੇ ਵਾਕ ਨੇ। ਦੇਖੋ ਜੀ, ਪੁਲਿੰਗ ਪਹਾੜ ਨਿਰਜੀਵਤ ਆ ਬੇਟਾ, ਇਹ ਜੀਵਤ ਨਹੀਂ। ਇਹਦਾ ਇਸਤਰੀ ਲਿੰਗ ਕੀ ਬਣੇਗਾ? ਪਹਾੜੀ। ਟੋਪ ਜੋ ਸਿਰ 'ਤੇ ਪਹਿਨਦੇ ਹਾਂ ਉਹਦਾ ਇਸਤਰੀ ਲਿੰਗ ਹੈ ਟੋਪੀ। ਸੂਤ, ਸੂਤ ਦਾ ਇਸਤਰੀ ਲਿੰਗ ਸੂਤੜੀ। ਬਾਟਾ ਜਿਹ 'ਚ ਚਾਹ ਪੀਂਦੇ ਹਾਂ, ਨਿੰਗਾ ਸਿੰਘਾਂ ਕੋਲੇ ਹੁੰਦਾ ਦੇਗ ਵਾਲਾ ਬਾਟਾ, ਇਹਦਾ ਅਸੀਂ ਨੇ ਬਣਾਇਆ ਇਸਤਰੀ ਲਿੰਗ ਬਾਟੀ। ਪੁਲਿੰਗ ਹੱਟ, ਹੱਟੀ, ਕੌਲ, ਕੌਲੀ, ਸੋਟਾ, ਸੋਟੀ, ਚਰਖਾ,
ਚਰਖੀ ਪੁਲਿੰਗ ਹੈਗਾ ਅੱਗੇ, ਨਟ ਨਟਣੀ ਜਾਂ ਨਟੀ, ਸੰਦੂਕ ਸੰਦੂਕੜੀ, ਖੁਰਪਾ ਖੁਰਪੀ, ਆਰਾ ਆਰੀ। ਸੋ ਬੇਟਾ ਇਹ ਉਹ ਨੇ ਜਿਨ੍ਹਾਂ ਦੇ ਵਿੱਚ ਜਾਨ ਨਹੀਂ, ਗੈਰ ਜਾਨਦਾਰ, ਇਹ ਗੈਰ ਜਾਨਦਾਰ ਲਿੰਗ ਨੇ ਜਿਨ੍ਹਾਂ ਦੇ ਅਸੀਂ ਲਿੰਗ ਪੁਲਿੰਗ ਚੇਂਜ ਕਰਦੇ ਹਾਂ। ਇਹ ਨਹੀਂ ਕਿ ਲਿੰਗ ਪੁਲਿੰਗ ਸਿਰਫ ਜੀਵਤ ਚੀਜ਼ਾਂ ਦੇ ਨੇ। ਇਹ ਬੇਟਾ ਉਹ ਕੈਟਾਗਰੀ ਆ ਜਿਹਦੇ ਵਿੱਚ ਗੈਰ ਜਾਨਦਾਰ ਵਸਤੂਆਂ ਦੇ ਲਿੰਗ ਅਸੀਂ ਕਿੱਦਾਂ ਬਦਲਦੇ ਹਾਂ, ਉਹਦੇ ਬਾਰੇ ਜਾਣਕਾਰੀ ਆ। ਆਓ ਇਸੇ ਜਾਣਕਾਰੀ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਦੇਖਦੇ ਹਾਂ ਹੁਣ ਵੀ ਕੁਝ ਨਾ ਪੁਲਿੰਗ ਸ਼ਬਦ ਨੇ ਉਹ ਹੋਣਗੇ ਮਰਦ ਰੂਪ ਦੇ ਵਿੱਚ, ਬਟ ਅਸੀਂ ਉਹਨਾਂ ਦੇ ਲਿੰਗ ਤਬਦੀਲ ਨਹੀਂ ਕਰਦੇ। ਦੇਖੋ ਜੀ ਪੁਲਿੰਗ ਸ਼ਬਦ ਕਿਹੜੇ ਨੇ। ਕੇਵਲ ਪੁਲਿੰਗ ਅਤੇ ਇਸਤਰੀ ਲਿੰਗ ਸ਼ਬਦ, ਤੁਹਾਨੂੰ ਦੋਵੇਂ ਜਿਹੜੇ ਅਸੀਂ ਉੱਪਰ ਗੱਲ ਕਰੀ ਸੀ ਉਹਦੇ ਬਾਰੇ ਚਰਚਾ ਕਰਦੇ ਹਾਂ। ਪੁਲਿੰਗ ਸ਼ਬਦ, ਕੁਝ ਸ਼ਬਦ ਕੇਵਲ ਪੁਲਿੰਗ ਹੀ ਹੁੰਦੇ ਹਨ, ਜਿਵੇਂ ਕੱਪ, ਇਹਦਾ ਇਸਤਰੀ ਲਿੰਗ ਤੁਸੀਂ ਕਹੋਗੇ ਜੀ ਕੱਪੀ ਬਣਾ ਦਾਂਗੇ। ਅੱਗੇ ਹੁੰਦਾ ਮਕਾਨ, ਚੰਨ, ਲੋਹਾ, ਸੀਸਾ, ਸਰਾਣਾ, ਚੁੱਲ੍ਹਾ, ਘਿਓ, ਤੇਲ, ਕ੍ਰੋਧ, ਮੀਂਹ, ਅਸਮਾਨ, ਸੂਰਜ, ਬਲਬ, ਅਨਾਜ, ਘਰ, ਗੱਤਾ, ਪਿਆਰ, ਦੁੱਧ। ਇਹ ਬੇਟਾ ਬੋਲਣ ਨੂੰ ਤਾਂ ਮਤਲਬ ਪੁਲਿੰਗ ਰੂਪ 'ਚ ਨੇ। ਜੇ ਹੁਣ ਮੈਂ ਆਪਾਂ ਇੱਥੋਂ ਮਕਾਨ ਤੋਂ ਅੱਗੇ ਸ਼ੁਰੂ ਕਰਦੇ ਹਾਂ, ਮਕਾਨ ਦਾ ਕੀ ਬਣਾਵਾਂਗੇ, ਮਕਾਨੀ ਨਹੀਂ ਬਣ ਸਕਦਾ। ਚੰਨ ਦਾ ਕੀ ਬਣਾਵਾਂਗੇ, ਚਾਨੀ ਨਹੀਂ ਬਣਦਾ। ਲੋਹੇ ਦਾ ਉਲਟ ਕੀ ਬਣਾਵਾਂਗੇ, ਇਸਤਰੀ ਲਿੰਗ ਲੋਹੀ ਨਹੀਂ ਬਣਦਾ। ਸੀਸੇ ਦਾ ਉਲਟ ਕੀ ਬਣਾਵਾਂਗੇ, ਸੀਸੀ ਨਹੀਂ। ਸਰਾਣੇ ਦਾ ਸਰਾਣੀ ਨਹੀਂ। ਚੁੱਲ੍ਹੇ ਦਾ ਚੁੱਲ੍ਹੀ ਨਹੀਂ। ਸੋ ਬੇਟਾ ਇਹ ਸਾਰੇ ਉਹ ਪੁਲਿੰਗ ਸ਼ਬਦ ਨੇ ਜਿਨ੍ਹਾਂ ਦਾ ਪੁਲਿੰਗ ਰੂਪ ਹੀ ਜਿਉਂ ਦੀ ਤਿਉਂ ਰਹਿੰਦਾ। ਸੋ ਕਦੇ ਵੀ ਜਦੋਂ ਤੁਹਾਨੂੰ ਲਿੰਗ ਬਦਲੀ ਦਾ ਕਿਤੇ ਸਵਾਲ ਆਉਂਦਾ, ਉੱਥੇ ਇਹ ਚੰਦ ਜਿਹੜੇ ਸ਼ਬਦ ਨੇ ਉਹਨਾਂ ਨੂੰ ਆਪਣੇ ਜ਼ਿਹਨ ਦੇ ਵਿੱਚ ਜ਼ਰੂਰ ਬਿਠਾਉਣਾ ਅਸੀਂ ਨੇ ਕਿ ਇਹ ਉਹ ਸ਼ਬਦ ਨੇ ਜੋ ਪੁਲਿੰਗ ਰੂਪ 'ਚ ਹੁੰਦੇ ਨੇ ਅਤੇ ਇੱਦਾਂ ਪੁਲਿੰਗ ਰੂਪ 'ਚ ਹੀ ਰਹਿੰਦੇ ਨੇ। ਇਹਨਾਂ ਦਾ ਲਿੰਗ ਇਸਤਰੀ ਲਿੰਗ ਦੇ ਵਿੱਚ ਅਸੀਂ ਤਬਦੀਲ ਨਹੀਂ ਕਰ ਸਕਦੇ। ਦੇਖੋ ਜਿਵੇਂ ਆਪਾਂ ਵਿਸ਼ੇਸ਼ ਇਹਦੇ ਵਿੱਚ ਜਿਹੜੀ ਲਾਈਨ ਦੇ ਵਿੱਚ ਕੀ ਲਿਖਿਆ, ਪੰਜਾਬੀ ਵਿੱਚ ਕੁਝ ਸ਼ਬਦ ਅਜਿਹੇ ਹਨ ਜੋ ਜਾਂ ਤਾਂ ਇਸਤਰੀ ਲਿੰਗ ਹਨ ਅਤੇ ਜਾਂ ਪੁਲਿੰਗ, ਉਹਨਾਂ ਦਾ ਕੋਈ ਵਿਰੋਧੀ ਲਿੰਗ ਸ਼ਬਦ ਨਹੀਂ ਹੁੰਦਾ। ਸੋ ਬੇਟਾ ਉਹ ਸ਼ਬਦ ਕਿਹੜੇ ਨੇ, ਆਪਾਂ ਵੀਡੀਓ 'ਚ ਪਹਿਲੇ ਸਟਾਰਟਿੰਗ 'ਤੇ ਗੱਲ ਕਰੀ ਸੀ, ਉੱਪਰ ਪੁਲਿੰਗ ਰੂਪ ਵਾਲੇ ਇਹ ਸ਼ਬਦ ਨੇ ਅਤੇ ਅੱਗੇ ਕਿਹੜੇ ਉਹ ਸ਼ਬਦ ਨੇ ਜੋ ਇਸਤਰੀ ਰੂਪ ਵਿੱਚ ਹਨ, ਇਸਤਰੀ ਲਿੰਗ ਵਿੱਚ ਹਨ। ਜਿਵੇਂ ਕੁਝ ਸ਼ਬਦ ਕੇਵਲ ਇਸਤਰੀ ਲਿੰਗ ਹੀ ਹੁੰਦੇ ਹਨ, ਜਿਵੇਂ ਇੱਲ। ਹੁਣ ਇੱਲ ਹੈ, ਉਹਦਾ ਤੁਸੀਂ ਕੀ ਬਣਾਓਗੇ ਉਲਟ, ਪੁਲਿੰਗ ਕੀ ਬਣੂਗਾ, ਸੋਚਣ ਦੀ ਗੱਲ ਹੈ। ਧਰਤੀ, ਧਰਤੀ ਦਾ ਤੁਸੀਂ ਪੁਲਿੰਗ ਕੀ ਬਣਾਓਗੇ, ਮਿੱਟੀ, ਮਿੱਟੀ ਦਾ ਪੁਲਿੰਗ ਕੀ ਬਣ ਸਕਦਾ, ਅੱਗ, ਕੰਧ, ਜੂੰ, ਕੋਇਲ, ਇੱਟ, ਤਸਵੀਰ, ਰੇਤ, ਰਜਾਈ, ਗੁਟਾਰ, ਕਾਰ, ਬੱਤਕ। ਇਹ ਬੇਟਾ ਉਹ ਸ਼ਬਦ ਨੇ ਜੋ ਇਸਤਰੀ ਰੂਪ 'ਚ ਹਨ। ਜਦੋਂ ਵੀ ਅਸੀਂ ਇਹਨਾਂ ਦੇ ਲਿੰਗ ਤਬਦੀਲ ਦੀ ਗੱਲ ਕਰਦੇ ਹਾਂ ਕਿ ਲਿੰਗ ਬਦਲੋ, ਇਸਤਰੀ ਤੋਂ ਪੁਲਿੰਗ ਬਣਾਓ, ਸੋ ਇਹ ਉਹ ਸ਼ਬਦ ਨੇ ਜਿਹੜੇ ਜਿਉਂ ਦੀ ਤਿਉਂ ਰਹਿੰਦੇ ਹਨ। ਸੋ ਆਓ ਬੇਟਾ ਕੁਝ ਉਦਾਹਰਨ ਲਈ ਅਸੀਂ ਦੇਖਦੇ ਹਾਂ। ਵਾਕਾਂ ਦੇ ਵਿੱਚ ਰੰਗੀਨ ਕੀਤੇ ਗਏ ਸ਼ਬਦਾਂ ਦੇ ਲਿੰਗ ਬਦਲ ਕੇ ਵਾਕ ਦੁਬਾਰਾ ਲਿਖੋ। ਜਿਵੇਂ ਮਾਲਣ ਬੂਟੇ ਨੂੰ ਪਾਣੀ ਦੇ ਰਹੀ ਹੈ। ਹੁਣ ਇਹਦਾ ਅਸੀਂ ਨੇ ਬੇਟਾ ਜਿਹੜਾ ਲਿੰਗ ਤਬਦੀਲ ਕਰਨਾ, ਮਾਲਣ ਦਾ ਜਿਹੜਾ ਲਿੰਗ ਕੀ ਹੋਊਗਾ, ਮਾਲੀ ਬੂਟੀ ਨੂੰ ਪਾਣੀ ਦੇ ਰਿਹਾ ਹੈ। ਹੁਣ ਬੂਟੇ ਨੂੰ ਨਹੀਂ, ਬੂਟੀ ਨੂੰ, ਇੱਥੇ ਲਿੰਗ ਬਦਲਿਆ ਗਿਆ, ਇਹਨੂੰ ਬੜਾ ਧਿਆਨ ਦੇ ਨਾਲ ਸਮਝਣਾ। ਬਾਗ ਵਿੱਚ ਮੋਰ ਪੈਲ ਪਾ ਰਿਹਾ ਸੀ। ਬਾਗ ਵਿੱਚ ਮੋਰਨੀ ਪੈਲ ਪਾ ਰਹੀ ਸੀ। ਹੁਣ ਇੱਥੇ ਸੈਂਟੈਂਸ ਵੀ ਬਦਲ ਰਿਹਾ ਅਤੇ ਇਹਦੇ ਨਾਲ ਸਾਰੀ ਸੈਂਸ ਬਦਲ ਰਹੀ ਹੈ ਜਦੋਂ ਅਸੀਂ ਇਹਨੂੰ ਲਿੰਗ ਦੇ ਵਿੱਚ ਤਬਦੀਲ ਕਰਦੇ ਹਾਂ। ਸੱਪ ਫਣ ਖਿਲਾਰੀ ਬੈਠਾ ਸੀ। ਹੁਣ ਇੱਥੇ ਕਹਾਂਗੇ ਸੱਪਣੀ ਫਣ ਖਿਲਾਰੀ ਬੈਠੀ ਸੀ। ਸੱਸੇ ਤੇ ਆਦਿਕ ਵੀ ਪੈ ਸਕਦੀ ਹੈ, ਵੈਸੇ ਇਹਨਾਂ ਨੇ ਸੱਪਣੀ ਇੱਦਾਂ ਹੀ ਬਣਾਇਆ। ਹਿਰਨ ਚੁੰਗੀਆਂ ਭਰ ਰਿਹਾ ਸੀ। ਹੁਣ ਹਿਰਨੀ ਚੁੰਗੀਆਂ ਭਰ ਰਹੀ ਸੀ।
ਹੁਣ ਬੇਟਾ ਰੰਗੀਨ ਕਹਿਣ ਤੋਂ ਭਾਵ ਕੀ ਸੀ ਕਿ ਜਿਹੜੇ ਕਲਰਫੁੱਲ ਨੇ ਉਹਨਾਂ ਦੇ ਅਸੀਂ ਨੇ ਜਿਹੜੇ ਲਿੰਗ ਉਹ ਤਬਦੀਲ ਕਰਕੇ ਲਿਖਣਾ। ਸ਼ਿਕਾਰੀ ਆਪਣਾ ਨਿਸ਼ਾਨਾ ਸੇਧ ਰਿਹਾ ਸੀ, ਹੁਣ ਅਸੀਂ ਲਿਖਾਂਗੇ ਸ਼ਿਕਾਰਨ ਆਪਣਾ ਨਿਸ਼ਾਨਾ ਸੇਧ ਰਹੀ ਸੀ। ਅੱਗੇ ਦੇਖੋ 3 ਸ਼ਬਦ ਨੇ ਜਿਹੜੇ ਉਹ ਕਲਰਫੁੱਲ ਨੇ, ਰੈੱਡ ਕੀਤੇ ਗਏ ਨੇ। 6 ਨੰਬਰ ਮੁਹਾਵਰਾ ਜਿਹੜਾ ਅਸੀਂ ਪੜ੍ਹ ਰਹੇ ਹਾਂ, ਮੇਰਾ ਹਰਮਨ ਪਿਆਰਾ ਲੇਖਕ ਬਾਲ ਲੇਖਕ ਹੈ। ਹੁਣ ਇੱਧਰ ਦੇਖੋ ਜੀ, ਮੇਰੀ ਹਰਮਨ ਪਿਆਰੀ ਲੇਖਿਕਾ ਬਾਲ ਲੇਖਿਕਾ ਹੈ। ਉਹਨਾਂ 'ਚ ਤਿੰਨਾਂ ਦੇ ਜਿਹੜੇ ਰੈੱਡ ਕਲਰ ਨੇ, ਤਿੰਨਾਂ ਦੇ ਜਿਹੜੇ ਲਿੰਗ ਬਦਲ ਕੇ ਅਸੀਂ ਨੇ ਇਹ ਸੈਂਟੈਂਸ ਬਣਾਇਆ। 7 ਨੰਬਰ, ਮੇਲੇ ਵਿੱਚ ਮੁਟਿਆਰਾਂ ਗਿੱਧਾ ਪਾ ਰਹੀਆਂ ਸਨ। ਹੁਣ ਦੇਖੋ ਜੀ, ਮੁਟਿਆਰਾਂ ਦਾ ਉਲਟਾ ਅਸੀਂ ਕੀ ਬਣਾਵਾਂਗੇ, ਪੁਲਿੰਗ ਚੇਂਜ ਕਰਾਂਗੇ। ਮੇਲੇ ਵਿੱਚ ਗੱਭਰੂ ਭੰਗੜਾ ਪਾ ਰਹੇ ਸਨ। ਮਦਾਰੀ ਤਮਾਸ਼ਾ ਦਿਖਾ ਰਿਹਾ ਸੀ, ਮਦਾਰਨ ਤਮਾਸ਼ਾ ਦਿਖਾ ਰਹੀ ਸੀ। ਮੇਰੀ ਭੈਣ ਪਿੰਡ ਵੱਲ ਦੇਖ ਰਹੀ ਸੀ, ਮੇਰਾ ਭਰਾ ਪਿੰਡ ਵੱਲ ਦੇਖ ਰਿਹਾ ਸੀ। ਅਧਿਆਪਕ ਉਸ ਦੀ ਬੁੱਧੀ ਤੋਂ ਪ੍ਰਭਾਵਿਤ ਸੀ। ਹੁਣ ਇੱਥੇ ਅਸੀਂ ਜਦੋਂ ਲਿੰਗ ਬਦਲਾਂਗੇ, ਅਧਿਆਪਿਕਾ ਉਸ ਦੀ ਬੁੱਧੀ ਤੋਂ ਪ੍ਰਭਾਵਿਤ ਸੀ। ਉਸ ਦੇ ਪਿਤਾ ਜੀ ਪਹਿਲਾਂ ਦਿੱਲੀ ਰਹਿੰਦੇ ਸਨ, ਉਸ ਦੇ ਮਾਤਾ ਜੀ ਪਹਿਲਾਂ ਦਿੱਲੀ ਰਹਿੰਦੇ ਸਨ। ਬਿੱਲੀ ਨੇ ਚੂਹੇ ਨੂੰ ਖਾ ਲਿਆ। ਹੁਣ ਬਿੱਲੀ ਨੇ ਚੂਹੀ ਨੂੰ ਖਾ ਲਿਆ। ਰਾਧਾ ਆਪਣੇ ਪਿਤਾ ਨਾਲ ਪਹਾੜ 'ਤੇ ਗਈ, ਰਾਧਾ ਆਪਣੀ ਮਾਤਾ ਨਾਲ ਪਹਾੜੀ 'ਤੇ ਗਈ। ਉਸ ਦਾ ਭਰਾ ਡਾਕਟਰ ਹੈ, ਉਸ ਦੀ ਭੈਣ ਡਾਕਟਰਨੀ ਹੈ। ਕਾਲਾ ਬਿੱਲਾ ਦੁੱਧ ਪੀ ਗਿਆ, ਕਾਲੀ ਬਿੱਲੀ ਦੁੱਧ ਪੀ ਗਈ। ਰਮਨ ਦਾ ਭਰਾ ਦਿੱਲੀ ਗਿਆ ਹੈ, ਰਮਨ ਦੀ ਭੈਣ ਦਿੱਲੀ ਗਈ ਹੈ। ਬੱਦਲ ਵਰ ਕੇ ਚਲਾ ਗਿਆ, ਬੱਦਲੀ ਵਰ ਕੇ ਚਲੀ ਗਈ। ਸੋ ਬੇਟਾ ਦੇਖ ਸਕਦੇ ਹੋ, ਇਹ ਇਸ ਤਰ੍ਹਾਂ ਜਿਹੜੇ ਤੁਸੀਂ ਨੇ ਲਿੰਗ ਬਦਲੀ ਵਾਲੇ ਵਾਕ ਨੇ, ਜਦੋਂ ਅਸੀਂ ਇਹਨਾਂ ਨੂੰ ਸਮਝ ਲੈਂਦੇ ਹਾਂ ਫਿਰ ਸਾਨੂੰ ਜਿਹੜੇ ਲਿੰਗ ਤਬਦੀਲ ਕਰਨੇ ਆਉਂਦੇ ਨੇ। ਹੁਣ ਜਿਵੇਂ ਇੱਥੇ ਲਿਖਿਆ, ਸੰਦੂਖ ਧੁੱਪੇ ਰੱਖ ਦਿਓ, ਸੰਦੂਖੜੀ ਧੁੱਪੇ ਰੱਖ ਦਿਓ। ਦਵਿੰਦਰ ਦਾ ਚਾਚਾ ਵਕੀਲ ਹੈ, ਦਵਿੰਦਰ ਦੀ ਚਾਚੀ ਵਕੀਲਣੀ ਹੈ। ਹੁਣ ਵਕੀਲ ਦੇ ਨਾਲ ਇੱਥੇ ਚਾਚਾ ਨਾ ਵਕੀਲ ਹੈ, ਹੁਣ ਚਾਚੀ ਵਕੀਲਣੀ ਹੈ, ਵਕੀਲ ਦੇ ਨਾਲ ਚਾਚੀ ਦਾ ਵੀ ਜਿਹੜਾ ਲਿੰਗ ਅਸੀਂ ਤਬਦੀਲ ਕੀਤਾ ਇੱਥੇ। ਜੱਟ ਅਤੇ ਪੰਡਤ ਮਿੱਤਰ ਹਨ, ਜੱਟੀ ਅਤੇ ਪੰਡਤਾਣੀ ਸਹੇਲੀਆਂ ਹਨ। ਸਾਧੂ ਨੇ ਭਗਤ ਨੂੰ ਥਾਪੜਾ ਦਿੱਤਾ, ਸਾਧਨੀ ਨੇ ਭਗਤਨੀ ਨੂੰ ਥਾਪੜੀ ਦਿੱਤੀ। ਹੁਣ ਇੱਥੇ ਬੇਟਾ ਇਹ ਅਸੀਂ ਜਦੋਂ ਵੀ ਲਿੰਗ ਤਬਦੀਲੀ ਕਰਨੀ ਆ, ਇਹਨਾਂ ਗੱਲਾਂ ਦਾ ਖਾਸ ਧਿਆਨ ਦੇਣਾ। ਆਓ ਕੁਝ ਹੋਰ ਉਦਾਹਰਨਾਂ ਵੇਖਦੇ ਹਾਂ ਅਤੇ ਫਿਰ ਇਸ ਲਿੰਗ ਵਾਲੇ ਸ਼ਬਦ ਦੀ ਦੁਹਰਾਈ ਕਰਦੇ ਹਾਂ। ਉਸ ਦਾ ਪੁੱਤਰ ਆਪਣੇ ਪਿਤਾ ਅਤੇ ਦਾਦੇ ਦਾ ਦੁਲਾਰਾ ਹੈ, ਉਸ ਦੀ ਧੀ ਆਪਣੀ ਮਾਤਾ ਅਤੇ ਦਾਦੀ ਦੀ ਦੁਲਾਰੀ ਹੈ। ਹੁਣ ਦਾਦਾ ਦਾ ਦਾਦੀ, ਪੁੱਤਰ ਦਾ ਧੀ, ਇੱਥੇ ਜਿਹੜੇ ਰੈੱਡ ਅੱਖਰ ਨੇ ਬੇਟਾ ਉਹਨਾਂ ਦੇ ਲਿੰਗ ਅਸੀਂ ਬਦਲੇ ਹਨ। ਜਿਵੇਂ ਕਿ ਚਿੜੀਆਂ ਘਰ ਵਿੱਚ, ਚਿੜੀਆ ਘਰ ਵਿੱਚ ਅਸੀਂ ਸ਼ੇਰ, ਹਾਥੀ, ਤਿੱਤਰ ਅਤੇ ਬਾਂਦਰ ਵੇਖੇ। ਹੁਣ ਇੱਥੇ ਬੇਟਾ ਜਦੋਂ ਵੀ ਅਸੀਂ ਦੇਖਦੇ ਹਾਂ ਤੁਹਾਡੇ ਦਿਮਾਗ ਦੀ ਪ੍ਰੈਕਟਿਸ ਹੁੰਦੀ ਆ, ਇੱਥੇ ਰੈੱਡ ਕਲਰ ਕੀਤੇ ਗਏ ਨੇ। ਕਈ ਵਾਰੀ ਐਗਜ਼ਾਮ ਦੇ ਵਿੱਚ ਕੋਈ ਹਾਈਲਾਈਟ ਨਹੀਂ ਕੀਤਾ ਹੁੰਦਾ, ਇੱਦਾਂ ਸੈਂਟੈਂਸ ਦਿੱਤਾ ਹੁੰਦਾ, ਉਹਦੇ ਵਿੱਚ ਤੁਹਾਨੂੰ ਕਹਿ ਦਿੱਤਾ ਜਾਂਦਾ ਹੈ ਕਿ ਇਹਦੇ ਵਿੱਚ ਇਹ ਸ਼ਬਦ ਦਾ ਪੁਲਿੰਗ ਬਣਾਓ, ਮਤਲਬ ਇਸਤਰੀ ਲਿੰਗ ਤੋਂ ਪੁਲਿੰਗ ਹੋ ਸਕਦਾ, ਪੁਲਿੰਗ ਤੋਂ ਇਸਤਰੀ ਲਿੰਗ ਹੋ ਸਕਦਾ। ਆਓ ਜੀ ਦੇਖਦੇ ਹਾਂ। ਚਿੜੀਆ ਘਰ ਵਿੱਚ ਅਸੀਂ, ਸ਼ੇਰਨੀਆਂ, ਹੁਣ ਇੱਥੇ ਇਹਦੇ ਬਹੁ ਵਚਨ ਵੀ ਬਣਾਤੇ ਨਾਲ, ਹੱਥਣੀਆਂ, ਤਿੱਤਰੀਆਂ, ਬਾਂਦਰੀਆਂ ਵੇਖੀਆਂ। ਹੁਣ ਇਹਦੇ ਵਚਨ ਵੀ ਨਾਲ ਬਦਲੇ ਗਏ ਨੇ ਬੇਟਾ। ਅਗਲਾ 26 ਨੰਬਰ, ਦੋ ਮਿੱਤਰ ਰਿੱਛ ਨਾਲ ਘੁਲ ਪਏ, ਦੋ ਸਹੇਲੀਆਂ ਰਿੱਛਣੀ ਨਾਲ ਘੁਲ ਪਈਆਂ। ਮੁੰਡੇ ਨੇ ਗਲਾਸ ਵਿੱਚ ਪਾਣੀ ਪੀਤਾ, ਕੁੜੀ ਨੇ ਗਲਾਸੀ ਵਿੱਚ ਪਾਣੀ ਪੀਤਾ। ਮਾਲਕ ਨੇ ਨੌਕਰ ਨੂੰ ਕੱਪੜੇ ਦਿੱਤੇ। ਹੁਣ ਮਾਲਕ ਦੀ ਜਗ੍ਹਾ 'ਤੇ ਬਾਦਸ਼ਾਹ ਨੇ ਨੌਕਰਾਣੀ ਨੂੰ ਕੱਪੜੇ ਦਿੱਤੇ। ਮਲਕਾ ਹੁੰਦੀ ਹੈ ਜਿਹੜੀ ਮਹਾਰਾਣੀ ਹੁੰਦੀ ਆ। ਮੇਰਾ ਮਿੱਤਰ ਡਾਕਟਰ ਹੈ, ਮੇਰੀ ਸਹੇਲੀ ਡਾਕਟਰਾਣੀ ਹੈ। ਸੋ ਆਓ ਪਾਠ ਦੀ ਦੁਹਰਾਈ ਲਈ ਕੁਝ ਪ੍ਰਸ਼ਨ ਦੇਖਦੇ ਹਾਂ। ਜਿਹੜੇ ਨਾਮ ਸ਼ਬਦਾਂ ਤੋਂ ਨਰ ਅਤੇ ਮਾਦਾ ਦਾ ਅੰਤਰ ਪਤਾ ਲੱਗਦਾ ਹੈ, ਲਿੰਗ ਕਹਾਉਂਦੇ ਹਨ। ਲਿੰਗ 2 ਕਿਸਮ ਦੇ ਹੁੰਦੇ ਹਨ, ਪੁਲਿੰਗ ਅਤੇ ਇਸਤਰੀ ਲਿੰਗ। ਨਰ ਪੁਰਖ ਜਾਂ ਮਰਦਾਵੇ ਭੇਦ ਪ੍ਰਗਟ ਕਰਨ ਵਾਲੇ ਸ਼ਬਦਾਂ ਨੂੰ ਪੁਲਿੰਗ ਕਹਿੰਦੇ ਹਨ।
ਜਨਾਨੇ ਭੇਦ ਪ੍ਰਗਟ ਕਰਨ ਵਾਲੇ ਸ਼ਬਦਾਂ ਨੂੰ ਇਸਤਰੀ ਲਿੰਗ ਕਹਿੰਦੇ ਹਨ। ਸੋ ਬੇਟਾ ਜਦੋਂ ਵੀ ਅਸੀਂ ਕਿਸੇ ਗਾਈਡ ਤੋਂ ਜਾਂ ਕਿਸੇ ਵੀ ਵੱਖ-ਵੱਖ ਜਿਹੜੀਆਂ ਬੁੱਕਸ ਤੁਸੀਂ ਫੋਲੋ ਕਰਦੇ ਹੋ ਪੜ੍ਹਦੇ ਆ, ਉਹਨਾਂ ਦੇ ਉੱਪਰ ਫੋਟੋਆਂ, ਉਹਨਾਂ ਦੀ ਡਿਜ਼ਾਈਨਿੰਗ ਅਲੱਗ ਹੋ ਸਕਦੀ ਆ, ਬਟ ਬੇਟਾ ਜਿਹੜਾ ਨਾਮ, ਪੜਨਾਮ, ਕਿਰਿਆ, ਵਿਸ਼ੇਸ਼ਣ ਜਾਂ ਜਿਵੇਂ ਅਸੀਂ ਲਿੰਗ ਪੜ੍ਹ ਰਹੇ ਹਾਂ, ਸੋ ਬੇਟਾ ਜਿਹੜਾ ਇਹਨਾਂ ਦਾ ਬੇਸਿਕ ਕਨਸੈਪਟ ਹੁੰਦਾ ਬਿਲਕੁਲ ਇਕੁਅਲ ਹੁੰਦਾ। ਕਈ ਵਾਰੀ ਬੱਚੇ ਵੀਡੀਓ ਵੇਖ ਕੇ ਕਨਫਿਊਜ਼ ਹੋ ਜਾਂਦੇ ਨੇ ਕਿ ਜੀ ਸਾਡੀ ਬੁੱਕ 'ਚ ਤਾਂ ਇਹ ਇੱਦਾਂ ਨਹੀਂ ਦਿੱਤਾ ਹੋਇਆ, ਇਹ ਅਸੀਂ ਨਹੀਂ ਪੜ੍ਹਨਾ। ਸੋ ਬੇਟਾ ਆਪਣਾ ਜਿਹੜਾ ਇਸ ਵੀਡੀਓ ਨੂੰ ਬਣਾਉਣ ਦਾ ਮੁੱਖ ਮਕਸਦ ਇਹ ਆ ਕਿ ਬੱਚਿਆਂ ਨੂੰ ਲਿੰਗ ਅਤੇ ਪੁਲਿੰਗ ਦਾ ਕਨਸੈਪਟ ਆ ਜਿਹੜਾ ਉਹ ਸਮਝ ਆਉਣਾ ਚਾਹੀਦਾ। ਸੋ ਬੇਟਾ ਅੱਗੇ ਆਪਾਂ ਇਸੇ ਜਿਹੜਾ ਭਾਗ ਦੇ ਵਿੱਚ ਕੁਝ ਜਿਹੜੇ ਤੁਹਾਨੂੰ ਐਕਸਰਸਾਈਜ਼ ਦੇ ਤੌਰ 'ਤੇ ਇਹਨਾਂ ਨੇ ਪ੍ਰਸ਼ਨ ਪਾਏ ਹੋਏ ਨੇ, ਜਿਵੇਂ ਅਸੀਂ ਸੋਚਦੇ ਹਾਂ ਕਿ ਜਿਹੜਾ ਅਸੀਂ ਲਿੰਗ ਪੁਲਿੰਗ ਪੜ੍ਹਿਆ ਇਹਦੇ ਨਾਲ ਸੰਬੰਧਿਤ ਕਿੱਦਾਂ ਦੇ ਜਿਹੜੇ ਸਵਾਲ ਜਵਾਬ ਬਣ ਸਕਦੇ ਨੇ। ਸੋ ਬੇਟਾ ਆਹ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ, ਇਹਨਾਂ ਨੂੰ ਰੋਕ ਕੇ ਐਕਸਰਸਾਈਜ਼ ਦੇ ਤੌਰ 'ਤੇ, ਪ੍ਰੈਕਟਿਸ ਦੇ ਤੌਰ 'ਤੇ ਤੁਸੀਂ ਇਹਨਾਂ ਕੁਐਸਚਨਾਂ ਨੂੰ ਜ਼ਰੂਰ ਦੇਖਣਾ। ਆਓ ਅਸੀਂ ਅੱਗੇ ਕੁਝ ਹੋਰ ਜਿਹੜੇ ਤੁਹਾਨੂੰ ਹੈਲਪ ਲਈ ਦਿੱਤੇ ਗਏ ਜਾਂ ਪ੍ਰੈਕਟਿਸ ਲਈ ਦਿੱਤੇ ਗਏ ਨੇ ਬੇਟਾ, ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ, ਇਹਨਾਂ ਦਾ ਸਕਰੀਨਸ਼ਾਟ ਲੈ ਸਕਦੇ ਹੋ। ਪ੍ਰੈਕਟਿਸ ਲਈ ਇਹਨਾਂ ਨੂੰ ਤੁਸੀਂ ਵੀਡੀਓ ਨੂੰ ਰੋਕ ਕੇ ਇਹਦੇ ਵਿੱਚ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ ਕਿ ਇਹ ਜੋ ਉੱਪਰ ਅਸੀਂ ਐਕਸਰਸਾਈਜ਼ ਕਰਕੇ ਆਏ ਕਿ ਉਹਦੇ ਆਧਾਰ 'ਤੇ ਮੈਂ ਇਹਨਾਂ ਦਾ ਲਿੰਗ ਤਬਦੀਲ ਕਰ ਸਕਦਾ। ਸੋ ਇਹ ਗੱਲ ਬੇਟਾ ਐਕਸਰਸਾਈਜ਼ ਦੇ ਵਿੱਚ ਵਿਸ਼ੇਸ਼ ਤੌਰ 'ਤੇ ਧਿਆਨ ਦੇਣ ਲਾਇਕ ਹੁੰਦੀ ਆ। ਲਿੰਗ ਸ਼ਬਦ ਤੋਂ ਤੁਹਾਡਾ ਕੀ ਭਾਵ ਹੈ, ਉਦਾਹਰਨ ਸਹਿਤ ਦੱਸੋ। ਹੁਣ ਇਹ ਆਪਾਂ ਉੱਪਰ ਕਰਿਆ, ਇਹਨਾਂ ਪ੍ਰਸ਼ਨਾਂ ਦੇ ਉੱਤਰ ਤੁਸੀਂ ਉੱਪਰ ਜੋ ਵੀ ਅਸੀਂ ਜਾਣਕਾਰੀ ਹਾਸਲ ਕੀਤੀ ਹੈ ਉਹਦੇ ਆਧਾਰ 'ਤੇ ਆਪ ਦੇਣ ਦੀ ਕੋਸ਼ਿਸ਼ ਕਰਨੀ ਆ। ਲਿੰਗ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ, ਪੁਲਿੰਗ ਸ਼ਬਦ ਤੋਂ ਕੀ ਭਾਵ ਹੈ, ਇਸਤਰੀ ਲਿੰਗ ਸ਼ਬਦ ਤੋਂ ਕੀ ਭਾਵ ਹੈ, ਗੈਰ ਜਾਨਦਾਰ ਵਸਤੂਆਂ ਦੇ ਲਿੰਗ ਤੋਂ ਤੁਹਾਡਾ ਕੀ ਭਾਵ ਹੈ। ਸੋ ਬੇਟਾ ਇਹ ਸੀਗਾ ਲਿੰਗ ਨੂੰ ਲੈ ਕੇ ਤੁਹਾਡੀ ਇੱਕ ਮਦਦ ਦੇ ਲਈ ਬਣਾਈ ਹੋਈ ਵੀਡੀਓ, ਜਿਹਦੇ ਵਿੱਚ ਤੁਸੀਂ ਲਿੰਗ, ਪੁਲਿੰਗ, ਕੁਝ ਜਾਨਦਾਰ ਅਤੇ ਕੁਝ ਜਿਹੜੀਆਂ ਗੈਰ ਜਾਨਦਾਰ ਵਸਤਾਂ ਨੇ ਜਿਨ੍ਹਾਂ ਦੇ ਅਸੀਂ ਪੁਲਿੰਗ ਚੇਂਜ ਕਰਦੇ ਹਾਂ, ਕੁਝ ਇਸਤਰੀ ਲਿੰਗ ਐਸੇ ਨੇ ਜਿਨ੍ਹਾਂ ਦੇ ਰੂਪ ਉਸੇ ਤਰ੍ਹਾਂ ਰਹਿੰਦੇ ਹਨ, ਅਤੇ ਕੁਝ ਪੁਲਿੰਗ ਐਸੇ ਹਨ ਜਿਨ੍ਹਾਂ ਦੇ ਰੂਪ ਤਬਦੀਲ ਨਹੀਂ ਹੁੰਦੇ। ਸੋ ਬੇਟਾ ਇਹ ਲਿੰਗ ਪੁਲਿੰਗ ਚੈਪਟਰ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਲਿੰਗ ਦੇ ਭੇਦ ਅਤੇ ਉਹਦੇ ਜੋ ਨਾਲ ਸੰਬੰਧਿਤ ਹੋਰ ਵੱਖੋ ਵੱਖਰੀ ਰੌਚਕ ਜਾਣਕਾਰੀ ਆ ਉਸ ਤੋਂ ਤੁਸੀਂ ਨੇ ਭਰਪੂਰ ਲਾਹਾ ਲਿਆ ਹੋਏਗਾ। ਸੋ ਲਿੰਗ ਦਾ ਚੈਪਟਰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਬੇਟਾ।